ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਭਗਤ ਰਵਿਦਾਸ ਜੀ ਕੀ ਜੈਸਰੀ ਬਾਣੀ ਭਗਤਾਂ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਾਥ ਕਛੂ ਨ ਜਾਨੂ ਮਨ ਮਾਇਆ ਕੈ ਹਾਥ ਬਿਕਾਨੂ ਰਹਾਉ। तुम कहियत हो जगत गुरु स्वामी हम कहियत कल जुग के कामी। इन पंचन मेरो मन जो बिगाड़ियो पल पल हर जीते अंतर पारियो। जत देखूं तत दुख की राशि अजो न पत्याए निगम पै साखी। गौतम नार उमापत स्वामी शीस धरन सहस पगगामी। इन दूतन खल वध कर मारियो बड़ो निलाज अजू नहीं हारियो। कह रविदास कहाँ कैसे कीजे बिन रघुनाथ शरण का की लीजे। ਕੀ ਸਮਝਾਉਂਦੇ ਆ ਭਗਤ ਜੀ। ਨਾਥ ਕਛੂ ਨਾ ਜਾਨੋ ਮਨ ਮਾਇਆ ਕਿ ਹਾਥ ਬਿਕਾਨੋ। ਦੇਖਦੀਆਂ ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੈ ਭਾਈ। ਪਿੱਛੇ ਜੋ ਪ੍ਰਚਲਿਤ ਮੱਤਾਂ ਚੱਲਦੀਆਂ ਆਈਆਂ ਨੇ ਜੋਗੀਆਂ ਦੇ ਵਿੱਚੋਂ ਕਈ ਫਿਰਕੇ ਨਾਥ ਤਾਂ ਇੱਕ ਹੀ ਹੈ ਜਿਹਨੇ ਸਾਰਿਆਂ ਦੇ ਨੱਥ ਪਾਈ ਹੈ। ਸਗਲ ਸਮਗਰੀ ਆਪਣੇ ਸੂਤਰ ਧਾਰੀ ਸਾਰੀ ਗਿਆਨ ਸੂਤਰਾਂ ਜਿਹਨੇ ਬੰਨ੍ਹ ਕੇ ਰੱਖੀ ਆ ਉਹ ਆ ਨਾਥ ਭਾਈ। ਉਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ। ਸੰਸਾਰੀ ਜੀਵਾਂ ਅਸੀਂ ਭੇਖ ਨਾਲ ਜੁੜ ਜਾਂਦੇ ਹਾਂ, ਭੇਖ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ। ਭੇਖ ਕੀ ਕਰਦਾ ਹੈ? ਭੇਖ ਅਨੇਕ ਅਗਨ ਨਹੀਂ ਬੂਝੇ ਕੋਟ ਉਪਾ ਦਰਗੇ ਨਹੀਂ ਸੀਜੇ। ਭੇਖ ਕਰਨ ਵਾਲੇ ਕੋਲੇ ਦਰਗਾਹ ਦੀ ਸੋਝੀ ਨਿਰਾਕਾਰ ਦੁਨੀਆ ਦਾ ਆਤਮ ਗਿਆਨ ਨਹੀਂ ਹੁੰਦਾ। ਉਹਦੇ ਅੰਦਰ ਹੰਕਾਰ ਜ਼ਰੂਰ ਹੁੰਦਾ। ਭੇਖ ਕਰਕੇ ਉਹਦੇ ਅੰਦਰ ਹੰਕਾਰ ਪੈਦਾ ਹੋ ਜਾਂਦਾ। ਲੋਕ ਮੰਨਣ ਲੱਗ ਜਾਂਦੇ ਨੇ। ਭਗਤ ਜੀ ਨੇ ਨਾਥ ਫੜਿਆ। ਕੋਈ ਨਾਥ ਨੂੰ ਸਮਝਾ ਰਿਹਾ ਭਾਈ ਤੇਰਾ ਹੱਥਾਂ ਮਨ ਮਾਇਆ ਦੇ ਵਿੱਚ ਲਿਪਤ ਹੈ, ਕਲਪਨਕ ਹੈ। ਸੰਸਾਰੀ ਜੀਵਾਂ ਤੂੰ ਭੇਖ ਕਰਕੇ ਧਾਰਮਿਕ ਬਣਿਆ ਬੈਠਾ। ਨੌਵੇਂ ਪਾਤਸ਼ਾਹ ਵੀ ਸਮਝਾਉਂਦੇ ਹੈ ਸੰਤੋ ਮਾਇਆ ਹਾਥ ਵਿਕਾਨਾ। ਸੰਤਾਂ ਨੂੰ ਉਪਦੇਸ਼ ਹੈ, ਸੰਸਾਰੀ ਸੰਤਾਂ ਨੂੰ ਜਿਹੜੇ ਭੇਖ ਦੇ ਵਿੱਚ ਆਪਦੇ ਆਪ ਨੂੰ ਪੂਰਨ ਮੰਨੀ ਬੈਠੇ ਗਲਤੀ ਕਰ ਰਹੇ ਨੇ। ਉਹਨਾਂ ਦਾ ਜੀਵਨ ਹੈ, ਉਹਨਾਂ ਨੇ ਜਵਾਬ ਦੇਣਾ। ਆਪਣਾ ਵਿਸ਼ਾ ਨਹੀਂ ਹੈਗਾ। ਆਪਾਂ ਤਾਂ ਸਮਝਣਾ ਵਾ ਭਗਤ ਜੀ ਕੀ ਸਮਝਾਉਣਾ ਚਾਹੁੰਦੇ ਆ। ਭੇਖ ਤੋਂ ਉੱਪਰ ਉੱਠਣਾ। ਆਪਾਂ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਚ। ਜਦੋਂ ਕਿਸੇ ਵੀ ਧਰਮ ਧਾਰਨ ਦੇ ਵਿੱਚ ਆਪਾਂ ਚਿੰਨ੍ਹਾਂ ਨੂੰ ਵੱਡਾ ਮੰਨ ਲੈਂਦੇ ਹਾਂ, 'ਚੋਂ ਹੰਕਾਰ ਪੈਦਾ ਹੋ ਜਾਂਦਾ। ਬੁੱਧੀ ਦਾ ਵੇਸ ਬਣਦਾ ਨਹੀਂ। ਬਿਰਧ ਪਿਓ ਸੂਝੇ ਨਹੀਂ। ਕਾਲ ਪਹੁੰਚੀ ਹੁਣ ਜਿਹਨੂੰ ਕਾਲ ਚਪੇੜ ਮਾਰਦਾ ਫਿਰ ਪਤਾ ਲੱਗਦਾ ਸਮਾਂ ਨਿਕਲ ਜਾਂਦਾ। ਆਪਾਂ ਇਹ ਗਲਤੀ ਨਹੀਂ ਕਰਨੀ ਭਾਈ। ਨਾਥ ਨੂੰ ਸਮਝਾ ਰਿਹਾ ਭਾਈ ਤੂੰ ਭੇਖ ਕਰਕੇ ਆਪਦੇ ਆਪ ਨੂੰ ਧਾਰਮਿਕ ਮੰਨੀ ਬੈਠਾ, ਬਹੁਤ ਵੱਡੀ ਭੁੱਲ ਕਰ ਰਿਹਾ। ਰਹਾਓ ਤੁਮ ਕਹੀਏ ਹੋ ਜਗਤ ਗੁਰ ਸਵਾਮੀ। ਜਗਤ ਦੇ ਸਵਾਮੀ ਬਣੀ ਬੈਠੇ, ਗੁਰੂ ਬਣੇ ਬੈਠੇ ਹੋ ਸਰੀਰ ਕਰਕੇ। ਗੁਰੂ ਤਾਂ ਇੱਕ ਹੀ ਆਦਿ ਅੰਤ ਇੱਕ ਹੀ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਬੀਜ ਮੰਤਰ ਸਰਬ ਕੋ ਗਿਆਨ। ਜਾਨਵਰਾਂ ਦਾ ਗੁਰੂ ਕੌਣ ਹੈ ਭਾਈ? ਵ੍ਰਿਸ਼ਾਂ ਦਾ ਕੌਣ ਗੁਰੂ? ਅਸੀਂ ਥੱਲੇ ਪਾਣੀ ਪਾ ਕੇ ਚਲੇ ਜਾਂਦੇ ਵ੍ਰਿਸ਼ਾਂ ਨੂੰ, ਤਾਂ ਤੱਕ ਪਾਣੀ ਕੌਣ ਲੈ ਕੇ ਜਾਂਦਾ? ਕੌਣ ਪੰਪ ਕਰਦਾ? ਉਹੀ ਤਾਂ ਗੁਰੂ ਹੈ ਸ੍ਰਿਸ਼ਟੀ ਦਾ ਭਾਈ। ਉਹੀ ਤਾਂ ਹੁਕਮ ਹੈ, ਉਹੀ ਤਾਂ ਨਾਮ ਹੈ। ਉਹ ਤਾਂ ਆਪਾਂ ਤਾਂ ਸਮਝਾਂਗੇ ਜੇ ਆਪਾਂ ਸਰੀਰ ਤੋਂ ਉੱਪਰ ਉੱਠਾਂਗੇ, ਭੇਖ ਤੋਂ ਉੱਪਰ ਉੱਠਾਂਗੇ। ਅਸੀਂ ਤਾਂ ਧਰਮ ਦੇ ਵਿੱਚ ਜਿਹੜਾ ਧਰਮ ਦੇ ਚਿੰਨ੍ਹਾਂ ਨਾਲ ਹੀ ਜੁੜੇ ਬੈਠੇ ਹਾਂ। ਤੁਸੀਂ ਜਗਤ ਦੇ ਸਵਾਮੀ ਬਣੇ ਹੋਏ ਆ। ਭਗਤ ਜੀ ਕਹਿੰਦੇ ਮੈਨੂੰ ਤਾਂ ਕਲਯੁਗ ਦਾ ਸਵਾਮੀ ਲੱਗਦਾ ਤੂੰ। ਕਲਯੁਗ ਦਾ ਦੂਤ ਹੈ ਭਾਈ। ਸਗਲ ਕਾਲ ਕਾ ਕੀ ਹੈ ਤਮਾਸ਼ਾ। ਜੋ ਦੇਖਦੇ ਹਾਂ ਭਾਈ ਕੀ ਹੈ ਕਾਲ ਦਾ ਤਮਾਸ਼ਾ। ਇਹ ਤੋਂ ਬਚਣਾ ਮੈਂ ਚੌਪਾਈ ਸਾਹਿਬ ਵੀ ਆਪਾਂ ਰੋਜ਼ ਕਾਲ ਤੋਂ ਮੁਕਤ ਹੋਣਾ ਹੈ। ਪ੍ਰਭ ਕੇ ਸਿਮਰਨ ਕਾਲ ਪਰ ਹਰੇ। ਸਿਮਰਨ ਤੋਂ ਭਾਵ ਸੋਝੀ ਗੁਰ ਸ਼ਬਦ ਦਾ ਗਿਆਨ, ਫਿਰ ਕਾਲ ਤੋਂ ਮੁਕਤੀ। ਅੱਗੇ ਭਗਤ ਜੀ ਕੀ ਸਮਝਾਉਂਦੇ ਆ। ਇਨ ਪੰਚਨ ਮੇਰੋ ਮਨ ਜੋ ਵਿਗਾਰਿਆ। ਹੁਣ ਆਪਣੇ ਬਾਰੇ ਸਮਝਾਉਂਦੇ ਆ।
ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਆਪਣਾ ਵੀ ਤਾਂ ਇਹੀ ਹਾਲ ਹੈ ਭਾਈ, ਮਨ ਟਿਕਦਾ ਨਹੀਂ, ਪਲ ਪਲ ਇੱਛਾ ਉੱਠਦੀਆਂ ਨੇ। ਬੇੜਾ ਬੰਨਣਾ ਆਪਾਂ ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ ਹੁਣ ਸਮਾਂ ਵਾਂ। ਸਰਬਰ ਜਾਂ ਬੂਸਲੇ ਤਾਂ ਪੰਥ ਹੇਲਾ। ਫਿਰ ਮੁਸ਼ਕਿਲ ਹੋ ਜੂ ਭਾਈ, ਬੁੱਧੀ ਨੇ ਜਵਾਬ ਦੇ ਜਾਣਾ। ਸਮੁੰਦਰ ਦੀਆਂ ਛੱਲਾਂ ਆਉਂਦੀਆਂ ਨੇ, ਜੇ ਬੇੜੇ ਬੰਨੇ ਹੋਣਗੇ ਤਾਂ ਬਚ ਜਾਣਗੇ। ਇਵੇਂ ਇੱਛਾ ਉੱਠਦੀਆਂ ਨੇ, ਗਾਹਾਂ ਬੁਢਾਪਾ ਆ ਜਾਣਾ, ਬੁੱਧੀ ਨੇ ਜਵਾਬ ਦੇ ਜਾਣਾ, ਫਿਰ ਕੀ ਕਰਾਂਗੇ। ਉਹੀ ਭਗਤ ਜੀ ਨੇ ਸਮਝਾਇਆ, ਇਹਨੇ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਬੁੱਧੀ ਸੋਧਨ ਕਰਦੀ ਹੈ, ਮੇਰੇ ਮਨ ਨੇ ਮੈਨੂੰ ਹਰ ਨਾਲੋਂ ਅਲੱਗ ਰੱਖਿਆ। ਕਦੋਂ? ਜਦੋਂ ਹਰ ਦੀ ਸਮਝ ਆਈ। ਆਪਾਂ ਵੀ ਤਾਂ ਇਹ ਪ੍ਰਾਪਤੀ ਕਰਨੀ ਆ ਭਾਈ। ਜਤ ਦੇਖੂੰ ਤਤ ਦੁੱਖ ਕੀ ਰਾਸੀ, ਅਜੁ ਨ ਪਤਿਆਏ ਨਿਗਮ ਪੈ ਸਾਖੀ। ਇੰਨੀ ਸਿੱਖਿਆ ਦੇ ਕੇ ਵੀ, ਗਿਆਨ ਦੇ ਕੇ ਵੀ ਮਨ ਛੇਤੀ ਨਹੀਂ ਟਿਕਦਾ ਹੈਗਾ। ਗੁਰ ਕੇ ਚਰਨ ਬਾਣੀ ਹੈ ਭਾਈ, ਚਰਨ ਗੁਰ ਕੇ ਆਪਾਂ ਇਹ ਪ੍ਰਾਪਤ ਕਰਨੇ ਹੈ, ਗੁਣਾਂ ਦੀ ਪ੍ਰਾਪਤੀ ਕਰਨੀ ਹੈ। ਨਿਰਭਉ ਹੋਣਾ, ਨਿਰਵੈਰ ਹੋਣਾ, ਕਾਲ ਤੋਂ ਮੁਕਤ ਹੋਣਾ, ਅਜੂਨੀ ਸਰੀਰ 'ਚ ਰਹਿੰਦਿਆਂ ਰਹਿੰਦਿਆਂ ਆਪਾਂ ਆਪਦੇ ਘਰ ਪਹੁੰਚਣਾ, ਅਜੂਨੀ ਹੋਣਾ, ਇਹਦਾ ਤਿਆਗ ਕਰਨਾ। ਇਹੀ ਤਾਂ ਭਗਤੀ ਹੈ ਭਾਈ, ਸੰਸਾਰ ਤੋਂ ਵੱਖਰੀ। ਭਗਤਾਂ ਤੈਂ ਸੰਸਾਰੀਆਂ ਜੋੜ ਕਦੇ ਨਾਹੀਆਂ। ਸੰਸਾਰ ਨਹੀਂ ਜੁੜ ਸਕਦਾ ਇਹ 'ਤੇ। ਜਿਹੜਾ ਇਹ 'ਤੇ ਚੱਲ ਗਿਆ ਭਗਤ ਮਾਰਗ 'ਤੇ, ਉਹ ਸੰਸਾਰ ਨਾਲ ਨਹੀਂ ਜੁੜ ਸਕਦਾ। ਆਪਾਂ ਵੀ ਤਾਂ ਇਹ ਪ੍ਰਾਪਤੀ ਕਰਨੀ ਹੈ ਭਾਈ। ਇਨ ਦੂਤਨ ਖਲ ਵੱਧ ਕਰ ਮਾਰਿਓ, ਵੱਡੋ ਨਲਾਜ ਅਜੂ ਨਹੀਂ ਹਾਰਿਓ। ਮਨ ਦੀ ਅਵਸਥਾ ਬਾਰੇ ਆਪਾਂ ਵਿਚਾਰ ਕਰਦੇ ਹਾਂ। ਅਜੋ ਨ ਪਤਿਆਏ ਨਿਗਮ ਪੈ ਸਾਖੀ, ਗੌਤਮ ਨਾਰ ਉਮਾਪਤ ਸੁਆਮੀ, ਸੀਸ ਧਰਨ ਸਹਿਸ ਪਗਾਮੀ। ਪਾਗੇ ਨਿਕਲ ਗਏ ਸੀ। ਗੌਤਮ ਨਾਰ ਦੀ ਕਹਾਣੀ ਬਣਾਈ ਹੋਈ ਹੈ ਭਾਈ। ਗੌਤਮ ਰੇਖੀ ਸੀ, ਕਹਿੰਦੇ ਉਹਦੀ ਇਸਤਰੀ ਅਹਿਲਿਆ। ਨਹੀਂ ਭਾਈ, ਐਸੀ ਗੱਲ ਨਹੀਂ ਹੈ। ਉੱਧਰ ਗੌਤਮ ਦੀ ਗੱਲ ਕਰਦੇ ਨੇ, ਨਾਲ ਉਮਾਪਤ ਸੁਆਮੀ ਪਾਰਬਤੀ ਦੀ ਗੱਲ ਕਰੀ ਜਾਂਦੇ। ਸਾਖੀਆਂ ਸਭ ਭਰਮ ਦੇ ਵਿੱਚ, ਅਗਿਆਨਤਾ ਦੇ ਵਿੱਚ ਕੁਛ ਵੀ ਕਿਹਾ ਹੋਇਆ, ਬਹੁਤ ਝੂਠ ਬੋਲਿਆ ਗਿਆ। ਮਨ ਦਾ ਸੁਭਾਅ ਆ ਝੂਠ ਬੋਲਣਾ। ਛੱਡੋ ਇਹਦਾ ਖਹਿੜਾ। ਆਪਾਂ ਇੱਧਰ ਨੂੰ ਜਾਵਾਂਗੇ। ਬ੍ਰਹਮਾ ਦਾ ਸਿਰ ਕੱਟਣ ਦਾ ਪਾਪ ਕੀਤਾ, ਕਹਿੰਦੇ ਉਹਦੇ ਪਾਪ ਲੱਗਿਆ ਬ੍ਰਹਮਾ ਦਾ ਸਿਵ ਦੇ, ਫਿਰ ਉਹਦੇ ਹੱਥ ਨਾਲ ਚਿੰਬੜ ਗਿਆ, ਫਿਰ ਉਹ ਫਲਾਨੀ ਜਗ੍ਹਾ ਜਾ ਕੇ ਲਿਆ। ਇਹ ਸਭ ਕੀ ਹੈ? ਇਹ ਬੁੱਧੀ ਨੂੰ ਚਿੰਬੜ ਗਿਆ ਮਨ। ਇਹ ਬੁੱਧੀ ਮਨ ਨੂੰ ਖੁਸ਼ ਕਰਨ ਲੱਗੀ ਰਹੀ। ਇਹ ਭੂਤ ਬੋਤਲ 'ਚੋਂ ਬਾਹਰ ਨਿਕਲ ਗਿਆ। ਹੁਣ ਇਹ ਭੂਤ ਬੋਤਲ 'ਚ ਆਉਂਦਾ ਨਹੀਂ। ਜਿਹੜੀ ਕਹਾਣੀ ਹੈ ਭੂਤ ਦੀ, ਇਹੀ ਭੂਤ ਆ, ਹੋਰ ਕੋਈ ਭੂਤ ਨਹੀਂ। ਕਿਵੇਂ ਆਊਗਾ? ਗਿਆਨ ਨਾਲ। ਚੌਂ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੀ ਨਾ ਪਾਈ। ਉਸ ਅਵਸਥਾ 'ਚ ਜਾ ਕੇ ਆਪਣਾ ਛੁਟਕਾਰਾ ਹੋਣਾ। ਗੌਤਮ ਗੋ ਸੁਰਤ ਤਮ ਇੱਛਾ। ਸਟਿਲ ਹੋ ਗਈ ਬੁੱਧੀ ਸਾਡੀ। ਅਹਿਲਿਆ ਹਿਲਦੀ ਨਹੀਂ, ਪੱਥਰ ਹੋ ਗਈ, ਉਹਦੇ ਨਾਲ ਜੋੜਤੀ। ਗੌਤਮ ਨਾਰ ਬੁੱਧੀ, ਉਮਾਪਤ ਸੁਆਮੀ। ਇਹਦਾ ਸੁਆਮੀ ਕੌਣ ਹੈ? ਬਸ ਉਧਰ ਜੋੜਤੀ ਦੂਏ ਪਾਸੇ। ਸੀਸ ਧਰਨ ਸਹਿਸ ਪਗਾਮੀ। ਅਨੇਕਾਂ ਜੂਨੀਆਂ ਧਾਰਨੀਆਂ ਪੈਂਦੀਆਂ ਸਾਨੂੰ, ਅਨੇਕਾਂ ਜਨਮ ਲੈਣੇ ਪੈਂਦੇ ਨੇ। ਅਹਿਲਿਆ ਬੁੱਧੀ ਸਟਿਲ ਹੋ ਗਈ, ਪੱਥਰ ਹੋ ਗਈ। ਇਹਨਾਂ ਨੇ ਕਹਾਣੀ ਬਣਾਤੀ ਉਹਦੀ। ਅਹਿਲਿਆ ਕਹਿੰਦੇ ਉਹਨੂੰ ਸ਼ਰਾਪ ਦੇ ਤਾ। ਉੱਧਰ ਨੂੰ ਨਹੀਂ ਜਾਣਾ ਆਪਾਂ, ਕੁਛ ਨਹੀਂ ਹੈਗਾ, ਸਭ ਕਹਾਣੀਆਂ ਨੇ ਉਹ। ਫਿਰ ਆਪਾਂ ਨੂੰ ਜੂਨੀਆਂ ਧਾਰਨੀਆਂ ਪੈਣਗੀਆਂ ਭਾਈ। ਗੌਤਮ ਨਾਰ ਉਪਮਤ ਸੁਆਮੀ। ਓਮ ਤਾਂ ਇੱਕ ਹੀ ਆ, ਓਮ ਤਾਂ ਜੋਤ ਹੈ। ਓਮਕਾਰ। ਓਮ ਜਦੋਂ ਸ੍ਰਿਸ਼ਟੀ ਪੈਦਾ ਕਰਦਾ, ਉਹਨੂੰ ਆਕਾਰ ਕਹਿੰਦੇ। ਆਕਾਰ ਪੈਦਾ ਹੁੰਦਾ, ਉਸ ਤੋਂ ਬਣਦਾ ਓਮਕਾਰ। ਇੱਕ ਓਮਕਾਰ ਦਾ ਵੀ ਇਹੀ ਭਾਵ ਹੈ। ਇੱਕ ਜਦੋਂ ਆਪਦੀ ਸ੍ਰਿਸ਼ਟੀ ਪੈਦਾ ਹੁੰਦੀ ਹੈ, ਆਕਾਰ ਪੈਦਾ ਹੁੰਦਾ ਹੈ, ਫਿਰ ਨਾਮ ਦੀ ਲੋੜ ਪੈਂਦੀ ਹੈ। ਉਸ ਤੋਂ ਪਹਿਲਾਂ ਤਾਂ ਸਾਰੇ ਉਹ ਸਮਾਏ ਹੁੰਦੇ ਨੇ, ਜਿੰਨੀਆਂ ਵੀ ਆਤਮਾ ਹੁੰਦੀਆਂ ਨੇ। ਗੌਤਮ ਨਾਰ ਉਪਪਤ ਸੁਆਮੀ, ਉਮਾਪਤ ਸੁਆਮੀ, ਸੀਸ ਧਰਨ ਸਹਿਸ ਪਗਾਮੀ। ਹਜ਼ਾਰਾਂ ਜੂਨੀਆਂ ਫਿਰ ਆਪਾਂ ਨੂੰ ਧਾਰਨੀਆਂ ਪੈਂਦੀਆਂ। 84 ਲੱਖ ਦਾ ਗੇੜ ਫਿਰ ਆਪਾਂ ਨੂੰ ਜਾਣਾ ਪੈਂਦਾ। ਇਨ ਦੂਤਨ ਖਲ ਵੱਧ ਕਰ ਮਾਰਿਓ, ਵੱਡੋ ਨਲਾਜ ਅਜੂ ਨਹੀਂ ਹਾਰਿਓ। ਗਿਆਨ ਹੋਣ ਤੋਂ ਬਾਅਦ ਵੀ ਮਨ ਛੇਤੀ ਨਹੀਂ ਟਿਕਦਾ ਹੈਗਾ। ਬੇਸ਼ਰਮ ਹੈ, ਨਿਲੱਜਵਾ ਹੈ। ਕਿਵੇਂ ਨਿਲੱਜ ਹੈ? ਕੁੱਲਾਂ ਦਿੰਦੇ ਵਾਬਲੇ, ਲੈਂਦੇ ਨਿਲੱਜ। ਚੂਹਾ ਖੱਡ ਨਾ ਭਾਵੀ, ਤੇਕਲ ਬੰਨੀ ਸੱਜ। ਕੀ ਸਮਝਾਉਂਦੇ ਸਤਿਗੁਰ? ਕਹਿੰਦੇ ਜਿਵੇਂ ਚੂਹੇ ਦੇ ਪਿੱਛੇ ਆਪਾਂ ਸੱਜ ਬੰਨ੍ਹਦੀਏ ਅਤੇ ਬਿੱਲੀ ਨੂੰ ਮਾਰਨਾ ਕੀ ਔਖਾ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਖੜ੍ਹ ਕੇ, ਇਹ ਸਭ ਤੋਂ ਪਹਿਲਾਂ ਮੁਸਲਮਾਨਾਂ ਦੇ ਅੰਦਰ ਚੱਲੀ ਸੀ। ਉਹ ਟੋਪੀਆਂ ਦਿੰਦੇ ਸੀ ਕੁੱਲਾਂ। ਨਿਲੱਜ ਸੀ। ਕਹਿੰਦੇ ਦੇਣ ਵਾਲਾ ਤਾਂ ਕਮਲਾ ਹੈਗਾ, ਲੈਣ ਵਾਲਾ ਕਿੱਡਾ ਬੇਸ਼ਰਮਾ। ਮੂਹਰੇ ਗ੍ਰੰਥ ਸਾਹਿਬ ਦੇ ਖੜ੍ਹ ਕੇ ਕਿਵੇਂ ਲੈ ਰਿਹਾ ਵਾ, ਉਹਦੀ ਬਰਾਬਰੀ ਕਰ ਰਿਹਾ। ਉਹਨੂੰ ਇਹ ਨਹੀਂ ਪਤਾ ਵੀ ਇਹ ਕੁਦਰਤ ਦਾ ਹੁਕਮ ਹੈ। ਇੱਥੇ ਬੜੇ ਬੜੇ ਰਾਜੇ ਝੁਕਦੇ ਨੇ, ਇਹਦੇ ਕਰਕੇ ਗੁਰੂ ਘਰ ਸਜਾਏ ਜਾਂਦੇ ਨੇ। ਐਡਾ ਨਿਲੱਜ ਆ, ਕਹਿੰਦੇ ਸਮਝਦਾ ਨਹੀਂ ਹੈਗਾ। ਉਹੀ ਭਗਤ ਜੀ ਨੇ ਸਮਝਾਇਆ। ਇਨ ਦੂਤਨ ਖਲ ਵੱਧ ਕਰ ਮਾਰਿਓ, ਵੱਡੋ ਨਲਾਜ ਅਜੂ ਨਹੀਂ ਹਾਰਿਓ। ਕਹਿ ਰਵਿਦਾਸ ਕਹਾਂ ਕੈਸੇ ਕੀਜੇ। ਰਵਿਦਾਸ ਜੀ ਕਹਿੰਦੇ ਹੈ ਦਾਤਾ,
ਤੇਰੇ ਹੁਕਮ ਦੇ ਵਿੱਚ ਜਿਹੜੇ ਆ ਜਾਂਦੇ ਨੇ, ਭਾਣੇ 'ਚ ਆ ਜਾਂਦੇ, ਉਹਨਾਂ ਦਾ ਛੁਟਕਾਰਾ ਹੋ ਜਾਂਦਾ। ਸਾਨੂੰ ਕੀ ਉਪਦੇਸ਼ ਆ? ਇਹੀ ਹੈ ਭਾਈ, ਗੁਰ ਕੇ ਚਰਨ ਬਾਣੀ ਨਾਲ ਜੁੜ ਕੇ ਆਪਾਂ ਉਹਦੀ ਸ਼ਰਨ ਜਾਣਾ। ਕਹਾਂ ਕੈਸੇ ਕੀਜੇ ਬਿਨ ਰਘੁਨਾਥ ਸ਼ਰਨ ਕਹਾਂ ਕੀ ਲੀਜੇ। ਕਿਹਦੀ ਸ਼ਰਨ ਲਓਗੇ ਭਾਈ? ਫਿਰ ਬਿਨ ਹਰੀ ਤੋਂ ਬਿਨਾਂ ਕਿਹਦੇ ਜਾਓਗੇ ਅੱਗੇ? ਉਹੀ ਹੈ ਰਘੁਨਾਥ, ਉਹੀ ਹੈ ਜਿਹਦੀ ਕਿਰਪਾ ਨਾਲ ਸਾਡਾ ਸਾਹ ਚੱਲਦਾ, ਉਹੀ ਨਾਥ ਹੈ। ਕਿਉਂਕਿ ਨਾਥ ਤੋਂ ਸ਼ੁਰੂ ਹੋਇਆ ਸੀ। ਭਗਤ ਜੀ ਨੇ ਨਾਥ ਬਾਰੇ ਆਪਾਂ ਨੂੰ ਸਮਝਾਇਆ, ਕਿਉਂਕਿ ਭੇਖ ਕਰਕੇ ਆਪਦੇ ਆਪ ਨੂੰ ਮੰਨਦੇ ਸੀ। ਇਹ ਗਲਤੀ ਨਹੀਂ ਕਰਨੀ। ਆਪਾਂ ਸ਼ਰਨ ਲੈਣੀ ਹੈ। ਕਿਵੇਂ ਸ਼ਰਨ ਜਾਵਾਂਗੇ? ਆਪਾਂ, ਸਾਡਾ ਮਾਇਆ ਛੁਟਕਾਰਾ ਨਹੀਂ ਹੁੰਦਾ। ਸਰੀਰ ਕਰਕੇ ਅਸੀਂ ਪੂਰਨ ਹੋ ਜਾਂਦੇ ਹਾਂ। ਭੇਖ ਨਾਲ ਲੋਕ ਸਾਨੂੰ ਮੰਨਣ ਲੱਗ ਜਾਂਦੇ ਆ, ਪ੍ਰਭਾਵਿਤ ਹੋ ਜਾਂਦੇ। ਸਾਡੇ ਅੰਦਰ ਕੀ ਪੈਦਾ ਹੁੰਦਾ? ਹੰਕਾਰ। ਭਗਤ ਕਬੀਰ ਜੀ ਇਹਦੇ ਬਾਰੇ ਕੀ ਸਮਝਾਉਂਦੇ ਆ? ਕਬੀਰ ਉਜਲ ਪਹਿਰੇ ਕਾਪਰੇ ਪਾਨ ਸੁਪਾਰੀ ਖਾਈ, ਇੱਕ ਸਹਰ ਕੇ ਨਾਮ ਬਿਨ ਬੰਦੇ ਜੰਮ ਪਰ ਜਾਏ। ਸਾਰਿਆਂ ਨੂੰ ਕਹਿੰਦੇ ਜੰਮ ਬਣ ਕੇ ਲੈ ਜਾਂਦਾ। ਫਿਰ ਆਪਾਂ ਵੀ ਉੱਧਰ ਨੂੰ ਜਾਣਾ ਭਾਈ। ਨਹੀਂ, ਇਹ ਗਲਤੀ ਨਹੀਂ ਕਰਨੀ। ਉਜਲ ਪੈਰੇ ਕਾਪੜੇ ਸੰਸਾਰ ਦੀਆਂ ਵਿੜੀਆਂ ਕੀ ਲੈਣਾ? ਆਪਾਂ ਸਰੀਰ 'ਚ ਰਹਿੰਦੇ ਆਪਾਂ ਆਪਦੇ ਘਰ ਪਹੁੰਚਣਾ ਵਾ। ਉਹਦੀ ਸ਼ਰਨ ਜਾਣਾ ਧਿਆਨ ਕਰਕੇ। ਜਿੰਨੀ ਨਾਮ ਧਿਆਇਆ, ਜਿਹੜੀ ਹੁਕਮ ਕਰਨੀ ਧਿਆਨ ਰੱਖਣਗੇ, ਗਿਆਨ ਹੋਊਗਾ ਤਾਂ ਫਿਰ ਧਿਆਨ ਲੱਗੂਗਾ। ਗਏ ਮਸਕਤ ਕਾਲ, ਉਹ ਸੰਸਾਰ ਦੀ ਮਸਕਤ 'ਚੋਂ ਨਿਕਲ ਜਾਣਗੇ। ਨਾਨਕ ਤੇ ਮੁੱਕ ਉਜਲੇ ਕੀਤੀ ਛੁੱਟੀ ਨਾਲ। ਐਸੇ ਗੁਰਸਿੱਖਾਂ ਨਾਲ ਕਿੰਨੇ ਹੋਰ ਨਿਕਲ ਜਾਣਗੇ। ਆਓ ਆਪਾਂ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੀਏ। ਆਪਾਂ ਵੀ ਰਘੁਨਾਥ ਦੀ ਸ਼ਰਨ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।